ਨਾਨਕ ਸਿੰਘ ਦਾ ਨਾਵਲ ਮੰਝਧਾਰ ਦਾ ਬਾਕੀ ਦਾ ਹਿੱਸਾ। ਤੁਸੀਂ ਜਿਸ ਤੱਕੜੀ 'ਤੇ ਰੱਖ ਕੇ ਮੈਨੂੰ ਤੋਲਿਆ ਹੈ ਉਸ 'ਚ ਪਾਸਕੂ ਸੀ, ਨਹੀਂ ਤਾਂ ਮੇਰੀ ਕੀਮਤ ਤੁਸੀਂ ਇੰਨੀ ਘੱਟ ਕਦੀ ਨਾ ਪਾਉਂਦੇ। ਇੱਕ ਵਾਰੀ ਫੇਰ ਕਹਿ ਦਿਆਂ ਕਿ ਮੈਂ ਸਿਰਫ 2 ਹੀ ਗੱਲਾਂ ਜਾਣਦੀ ਹਾਂ। ਕੀ? ਡਾਕਟਰ ਨੇ ਬਿਨਾਂ ਉਸ ਵੱਲ ਤੱਕਿਆਂ ਜਵਾਬ ਪੁੱਛਿਆ। ਪੁੰਨਿਆ ਨੇ ਸੰਖੇਪ 'ਚ ਜਵਾਬ ਦਿੱਤਾ, ਪਿਆਰ ਜਾਂ ਨਫ਼ਰਤ। ਤਾਂ ਇਹਦਾ ਇਹ ਮਤਲਬ ਕਿ ਪਹਿਲਾਂ ਤੁਸੀਂ ਮੈਨੂੰ ਪਿਆਰ ਕਰਦੇ ਸੋ ਅਤੇ ਹੁਣ ਨਫ਼ਰਤ? ਬੇਸ਼ੱਕ ਪੁੰਨਿਆ ਜੀ, ਤੁਹਾਡਾ ਖਿਆਲ ਦਰੁਸਤ ਹੈ। ਮੈਂ ਨਫ਼ਰਤ ਦੇ ਹੀ ਲਾਇਕ ਹਾਂ, ਜਦ ਕਿ ਮੋਤੀਆਂ ਦੀ ਮਾਲਾ ਨੂੰ ਮੈਂ ਕੜਿਆਂ ਦੀ ਗਾਨੀ ਸਮਝ ਬੈਠਾ। ਪਰ ਕੀ ਇਹ ਮੇਰੇ ਪਾਪ ਦਾ ਕੋਈ ਵੀ ਪ੍ਰਾਸ਼ਚਿਤ ਨਹੀਂ ਤੁਹਾਡੇ ਖਿਆਲ 'ਚ? ਪ੍ਰਾਸ਼ਚਿਤ ਹੈ ਤਾਂ ਦੱਸੋ, ਮੈਂ ਕਰਨ ਨੂੰ ਤਿਆਰ ਹਾਂ। ਖਿਮਾ ਕਰਨਾ ਡਾਕਟਰ ਜੀ, ਤੁਸੀਂ ਇਸ ਵੇਲੇ ਬੱਚਿਆਂ ਦੀ ਖੇਡ ਨਹੀਂ ਖੇਡ ਰਹੇ। ਇੱਥੇ ਬੈਠਿਆਂ ਬੈਠਿਆਂ ਤੁਹਾਡੇ ਮਨ ਨੇ ਕਿੰਨੇ ਹੀ ਰੰਗ ਬਦਲੇ ਨੇ। ਤੁਸੀਂ ਘੜੀ 'ਚ ਤੋਲਾ, ਘੜੀ 'ਚ ਮਾਸ਼ਾ ਹੋ ਜਾਂਦੇ ਹੋ, ਜਿਸ ਕਰਕੇ ਮੈਨੂੰ ਤੁਹਾਡੀ ਸਥਿਰਤਾ 'ਤੇ ਭਰੋਸਾ ਨਹੀਂ ਰਿਹਾ। ਮੈਂ ਜਾਣਦੀ ਹਾਂ ਕਿ ਕੋਈ ਬੜੀ ਗੱਲ ਨਹੀਂ ਜੇ ਇੱਕ ਵਾਰੀ ਫਿਰ ਤੁਹਾਡੇ ਅੰਦਰ ਕੋਈ ਐਸਾ ਹੇਰ ਫੇਰ ਪੈਦਾ ਹੋ ਜਾਏ। ਸੋ ਇਸ ਹਾਲਤ 'ਚ ਤੁਸੀਂ ਆਪ ਹੀ ਸੋਚੋ ਕਿ ਕਣ ਪ੍ਰਾਸ਼ਚਿਤ ਦਾ ਸਵਾਲ ਪੈਦਾ ਹੋ ਸਕਦਾ ਹੈ। ਪੁੰਨਿਆ ਜੀ, ਐਤਕਾਂ ਡਾਕਟਰ ਦੇ ਤਰਲੇ 'ਚ ਪੱਥਰ ਗਾਲ ਸ਼ਕਤੀ ਸੀ। ਸਭ ਕੁਝ ਸਮਝ ਰਿਹਾ। ਆਪਣੇ ਮਨ ਦੀ ਕਮਜ਼ੋਰੀ ਨੂੰ ਜਿੰਨਾ ਮੈਂ ਮਹਿਸੂਸ ਕਰ ਰਿਹਾ, ਇੰਨਾ ਸ਼ਾਇਦ ਤੁਸੀਂ ਨਹੀਂ ਕੀਤਾ ਹੋਣਾ। ਫਿਰ ਵੀ ਮੈਨੂੰ ਇੱਕ ਗੱਲ ਦਾ ਯਕੀਨ ਹੈ ਕਿ ਮੇਰੀ ਪੁੰਨਿਆ ਦਾ ਦਿਲ ਆਕਾਸ਼ ਜਿੱਡਾ ਵਿਸ਼ਾਲ ਹੈ। ਉਸ 'ਚ ਸਭ ਕਾਸੇ ਦੀ ਸਮਾਈ ਹੋ ਸਕਦੀ ਹੈ। ਖਿਮਾ ਕਰਨਾ ਡਾਕਟਰ ਜੀ, ਮੇਰੇ ਦਿਲ ਦੀ ਵਿਸ਼ਾਲਤਾ ਦਾ ਨਹੀਂ, ਇੱਥੇ ਤਾਂ ਤੁਹਾਡੇ ਦਿਲ ਦੀ ਵਿਸ਼ਾਲਤਾ ਦਾ ਮਾਮਲਾ ਹੈ। ਅੱਜ ਅਸੀਂ ਦੋਵੇਂ ਇੱਕੋ ਤਰ੍ਹਾਂ ਦੀ ਇੱਛਾ ਦਿਲਾਂ 'ਚ ਲੈ ਕੇ ਇੱਥੇ ਬੈਠੇ ਸੀ, ਦੋਵੇਂ ਇੱਕ ਦੂਜੇ ਨੂੰ ਆਪਣੀ ਦੁਨੀਆ ਵਿਖਾਲਣ ਲਈ। ਮੈਂ ਵੇਖ ਲਿਆ ਤੁਹਾਡੀ ਦੁਨੀਆ ਜਿਹਦੀ ਵਿਸ਼ਾਲਤਾ ਦੇ ਤੁਸੀਂ ਬੜੇ ਵੱਡੇ ਵੱਡੇ ਦਾਈਏ ਬੰਨ੍ਹਦੇ ਸੀ। ਮੇਰੀ ਜ਼ਿੰਦਗੀ ਦਾ ਇੱਕ ਨਗੂਣਾ ਜਿਹਾ ਵਾਕਿਆ ਸੁਣ ਕੇ ਇੰਨੀ ਸੰਕੁਚਿਤ ਹੋ ਗਈ। ਫਿਰ ਮੈਂ ਕਿੱਕਣ ਉਮੀਦ ਕਰ ਸਕਦੀ ਹਾਂ ਕਿ ਤੁਹਾਡੀ ਦੁਨੀਆ 'ਚ ਆ ਕੇ ਮੈਂ ਸੌਖਾ ਸਾਹ ਲੈ ਸਕਾਂਗੀ? ਕਿ ਤੁਸੀਂ ਇਸ ਲਈ ਮੈਨੂੰ ਆਪਣੀ ਦੁਨੀਆ 'ਚ ਲਿਆਉਣਾ ਚਾਹੁੰਦੇ ਹੋ ਕਿ ਮੈਂ ਦਮ ਘੁੱਟ ਕੇ ਮਰ ਜਾਵਾਂ? ਪੁੰਨਿਆ ਜੀ, ਤੁਹਾਡਾ ਕਹਿਣਾ ਅੱਖਰ ਅੱਖਰ ਸੱਚ ਹੈ। ਫਿਰ ਵੀ ਮੈਂ ਤੁਹਾਨੂੰ ਇੱਕ ਗੱਲ ਦਾ ਭਰੋਸਾ ਦਿਵਾਉਣਾ, ਮਨਸੂਰ ਦੀ ਪੂਰੀ ਕਹਾਣੀ ਸੁਣ ਲੈਣ ਤੋਂ ਬਾਅਦ ਮੇਰੇ ਮਨ ਦਾ ਕਾਇਆ ਕਲਪ ਹੋ ਗਿਆ। ਜੋ ਚਮਦਰਸੀ ਸਾਂ, ਪਰ ਹੁਣ ਮੈਂ ਉਹ ਨਹੀਂ ਰਿਹਾ। ਤੁਸੀਂ ਜਿਸ ਤਰ੍ਹਾਂ ਵੀ ਚਾਹੋ ਮੈਨੂੰ ਠੋਕ ਵਜਾ ਕੇ ਵੇਖ ਸਕਦੇ ਹੋ। ਇੱਕ ਵਾਰੀ ਫੇਰ ਕਹਿੰਦੀ ਹਾਂ ਡਾਕਟਰ ਜੀ, ਇਹੋ ਜਿਹੀਆਂ ਫੜਾਂ ਮਾਰਨੀਆਂ ਚੰਗੀਆਂ ਨਹੀਂ। ਅਜੇ ਵੀ ਮੇਰੇ ਕੋਲ ਇੱਕ ਕਸੌਟੀ ਹੈ ਤੁਹਾਡੇ ਪਰਖਣ ਲਈ। ਤੁਸੀਂ ਨਿਸ਼ੰਗ ਪਰਖ ਸਕਦੇ ਹੋ, ਅਤੇ ਜੇ ਤੁਸੀਂ ਉਸ 'ਤੇ ਪੂਰੇ ਨਾ ਉਤਰੇ, ਇਹ ਕਦੀ ਮੁਮਕਿਨ ਨਹੀਂ ਹੋ ਸਕਦਾ। ਭਾਵੇਂ ਸੂਰਜ ਚੜ੍ਹਦੇ ਦੀ ਥਾਂ ਲਹਿੰਦੇ ਹੋ ਚੜ੍ਹਾਵੇ, ਸੂਰਜ ਹਮੇਸ਼ਾ ਚੜ੍ਹਦੇ ਹੀ ਚੜ੍ਹਦਾ, ਸਦਾ ਇੱਦਾਂ ਹੀ ਚੜ੍ਹਦਾ ਰਹੇਗਾ। ਅਤੇ ਮੇਰਾ ਵਿਚਾਰ ਵੀ ਉਸੇ ਵਾਂਗ ਅਟੱਲ ਸਮਝੋ। ਬਹੁਤ ਅੱਛਾ, ਪੁੰਨਿਆ ਨੇ ਤੇਜ਼ ਨਜ਼ਰ ਨਾਲ ਡਾਕਟਰ ਵੱਲ ਤੱਕਦਿਆਂ ਕਿਹਾ। ਮਨਸੂਰ ਨਾਲ ਮੇਰਾ ਜਿਹੜਾ ਸੰਬੰਧ ਰਿਹਾ ਹੈ, ਕੀ ਉਹਨੂੰ ਤੁਸੀਂ ਬਿਨਾਂ ਕਿਸੇ ਉਜਰ ਇਤਰਾਜ਼ ਤੋਂ ਕਬੂਲਦੇ ਹੋ? ਸਿਰਫ ਕਬੂਲਦਾ ਹੀ ਨਹੀਂ, ਇਸ 'ਚ ਮੈਂ ਤੁਹਾਡੀ ਮਹਾਨਤਾ ਨੂੰ ਸਿਖਰ 'ਤੇ ਪਹੁੰਚੀ ਦੇਖਦਾ। ਮੇਰੇ ਖਿਆਲ 'ਚ ਇਸ ਦੁਨੀਆ 'ਚ ਕੋਈ ਵੀ ਇਸਤਰੀ ਕਿਸੇ ਦੁਖੀ ਦਾ ਦੁੱਖ ਨਿਵਾਰਨ ਲਈ ਉਹ ਕੁਰਬਾਨੀ ਨਹੀਂ ਕਰ ਸਕਦੀ ਜਿਹੜੀ ਤੁਸੀਂ। ਪੁੰਨਿਆ ਨੇ ਗੱਲ ਟੋਕੀ। ਛੱਡੋ ਡਾਕਟਰ ਜੀ, ਇਸ ਕੀਰਤਨਾਮੇ ਨੂੰ ਤੇ ਗੱਲ ਮਤਲਬ ਦੀ ਕਰੋ। ਜੇ ਤੁਸੀਂ ਮੇਰੀ ਮਹਾਨਤਾ ਨੂੰ ਏਡੀ ਬੁਲੰਦੀ 'ਤੇ ਜਾ ਪਹੁੰਚਾਇਆ, ਤਾਂ ਇਸ ਤੋਂ ਤਾਂ ਇੱਕ ਹੋਰ ਬੁਲੰਦ ਚੋਟੀ ਵੀ ਅਜੇ ਬਾਕੀ ਹੈ, ਜਿਸ 'ਤੇ ਖੜੋਤੀ ਤੁਸੀਂ ਮੈਨੂੰ ਅਜੇ ਨਹੀਂ ਵੇਖਿਆ, ਅਤੇ ਮੈਂ ਚਾਹੁੰਦੀ ਹਾਂ ਉਸ 'ਤੇ ਵੀ ਤੁਹਾਡੀ ਝਾਤੀ ਪਵਾ ਦਿਆਂ। ਹਾਂ ਹਾਂ, ਜ਼ਰੂਰ। ਸੁਣੋ, ਜਿਸ ਮਨਸੂਰ ਦੇ ਕਮਰੇ 'ਚ ਉਸ ਰਾਤ ਮੇਰੇ ਇਕੱਠਿਆਂ ਰਹਿਣ ਦਾ ਹਾਲ ਤੁਸੀਂ ਸੁਣ ਚੁੱਕੇ ਹੋ, ਉਹਦੀ ਇੱਕ ਅਮਾਨਤ ਵੀ ਮੇਰੇ ਕੋਲ ਮੌਜੂਦ ਹੈ। ਕਿਹੜੀ? ਉਹਦਾ ਬੱਚਾ ਮੇਰੇ ਪੇਟ 'ਚ ਹੈ, ਜਿਹਨੂੰ ਤੁਸੀਂ ਡਾਕਟਰ ਹੁੰਦੇ ਹੋਏ ਵੀ ਅਜੇ ਤੀਕ ਨਹੀਂ ਜਾਣ ਸਕੇ। ਸੁਣ ਕੇ ਡਾਕਟਰ ਆਨੰਦ ਦੇ ਚਿਹਰੇ 'ਤੇ ਫਿੱਕੀ ਜਿਹੀ ਪਲੱਤਣ ਦਾ ਰੁਮਕਾ ਆ ਕੇ ਚਲਾ ਗਿਆ। ਉਹਨੂੰ ਇੱਕ ਮਾੜਾ ਜਿਹਾ ਝਟਕਾ ਮਹਿਸੂਸ ਹੋਇਆ, ਪਰ ਇਹ ਤੋਂ ਬਾਅਦ ਉਹ ਸੰਭਲ ਗਿਆ। ਉਹਦੀਆਂ ਅੱਖਾਂ 'ਚ ਇੱਕ ਟਿਕਵੀਂ ਜਿਹੀ ਸ਼ੰਕਾ ਉਪਜੀ ਅਤੇ ਉਪਜ ਕੇ ਲੋਪ ਹੋ ਗਈ। ਪੁੰਨਿਆ ਦਾ ਖਿਆਲ ਗਲਤ ਨਿਕਲਿਆ। ਜਿਹੜਾ ਉਹ ਸੋਚ ਰਹੀ ਸੀ ਕਿ ਡਾਕਟਰ ਦੀ ਮਾਨਵ ਸੱਤਾ ਉੱਤੇ ਫਿਰ ਪਹਿਲਾਂ ਵਰਗਾ ਜ਼ਲਜ਼ਲਾ ਪੈਦਾ ਹੋਏਗਾ। ਇਹ ਭਾਵੇਂ ਨਹੀਂ ਹੋਇਆ, ਫਿਰ ਵੀ ਕੁਛ ਨਾ ਕੁਛ ਹੋਇਆ ਜ਼ਰੂਰ, ਜਿਹਨੂੰ ਬਾਵਜੂਦ ਡਾਕਟਰ ਦੇ ਲਕਾ ਛਪਾ ਦੇ ਵੀ ਪੁੰਨਿਆ ਨੇ ਭਾਂਪ ਲਿਆ। ਮੈਨੂੰ ਇਹ ਸਭ ਕਬੂਲ ਹੈ, ਡਾਕਟਰ ਨੇ ਇਹ ਵਾਕ ਭਾਵੇਂ ਬੜੀ ਦ੍ਰਿੜਤਾ 'ਚ ਕਿਹਾ, ਪਰ ਪੁੰਨਿਆ ਨੇ ਇਸ 'ਚ ਕੁਛ ਨਾ ਕੁਛ ਕਾਂਬੇ ਦਾ ਅੰਸ਼ ਮਹਿਸੂਸ ਕੀਤਾ। ਉਹ ਬੋਲੀ, ਪਰ ਮੈਂ ਡਾਕਟਰ ਜੀ ਤੁਹਾਡੀ ਮਨਜ਼ੂਰੀ ਜਾਂ ਨਾ ਮਨਜ਼ੂਰੀ ਦਾ ਫੈਸਲਾ ਇੰਨੀ ਛੇਤੀ ਨਹੀਂ ਲੈਣਾ ਚਾਹੁੰਦੀ। ਤਾਂ ਇਹਦਾ ਮਤਲਬ ਹੈ, ਡਾਕਟਰ ਆਨੰਦ ਨੇ ਐਤਕੀ ਪੂਰੀ ਦ੍ਰਿੜਤਾ ਨਾਲ ਕਿਹਾ, ਤੁਸੀਂ ਮੇਰੇ ਲਫ਼ਜ਼ਾਂ ਦਾ ਯਕੀਨ ਨਹੀਂ ਕਰਦੇ? ਬੇਸ਼ੱਕ। ਫਿਰ ਤੁਹਾਡਾ ਭਰੋਸਾ ਜਿੱਤਣ ਲਈ ਮੈਨੂੰ ਹੋਰ ਕੀ ਕਰਨਾ ਹੋਏਗਾ? ਉਡੀਕ ਕਿੰਨੀ ਕੁ? ਇਹ ਤਾਂ ਸਮਾਂ ਹੀ ਦੱਸ ਸਕੇਗਾ। ਬੁਝਾਰਤਾਂ ਨਾ ਪਾਓ ਪੁੰਨਿਆ ਜੀ। ਬੁਝਾਰਤ ਦਾ ਸਵਾਲ ਨਹੀਂ, ਗੱਲ ਇਹ ਹੈ ਕਿ ਭਰੋਸੇ ਇਤਬਾਰ ਦੇ ਮਸਲੇ ਤੋਂ ਬਿਨਾਂ ਇੱਕ ਹੋਰ ਵੀ ਗੱਲ ਹੈ ਕਿ ਸਾਨੂੰ ਦੋਹਾਂ ਨੂੰ ਨਵੇਂ ਸਿਰੇ ਆਪਣਾ ਮਨ ਬਣਾਉਣਾ ਪਏਗਾ। ਮਨ ਬਣਾਉਣਾ ਪਏਗਾ? ਡਾਕਟਰ ਨੇ ਘਬਰਾ ਕੇ ਪੁੱਛਿਆ। ਕਿਉਂ? ਪੁੰਨਿਆ ਕੁਛ ਨਹੀਂ ਬੋਲੀ। ਪ੍ਰਭਾਤ ਦੇ ਧੁੰਦਲਕੇ ਪਿੱਛੋਂ ਬੱਦਲਾਂ ਦੀ ਕਾਲੋਂ ਕੁਝ ਪਤਲੀ ਹੋ ਗਈ ਸੀ, ਪਰ ਆਕਾਸ਼ ਅਜੇ ਪੂਰੀ ਤਰ੍ਹਾਂ ਸਾਫ਼ ਨਹੀਂ ਸੀ ਹੋਇਆ। ਦੂਰੋਂ ਕਿਤੋਂ ਕੁੱਕੜ ਦੀ ਬਾਂਗ ਸੁਣ ਕੇ ਪੁੰਨਿਆ ਇੱਕ ਵਾਰੀ ਫੇਰ ਕੁਰਸੀ ਤੋਂ ਉੱਠ ਖੜੋਤੀ, ਇਹ ਕਹਿੰਦੀ ਹੋਈ, ਅੱਛਾ ਡਾਕਟਰ ਜੀ, ਬਾਕੀ ਫੇਰ ਕਦੀ। ਡਾਕਟਰ ਨੇ ਚਾਹਿਆ ਕਿ ਇੱਕ ਵਾਰੀ ਫੇਰ ਉਹਨੂੰ ਰੋਕ ਲਵੇ, ਪਰ ਐਤਕੀ ਨਹੀਂ ਰੋਕ ਸਕਿਆ।
ਪੁੰਨਿਆ ਦੇ ਚਲੇ ਜਾਣ ਤੋਂ ਬਾਅਦ ਉੱਠਿਆ, ਕੋਟ ਕਿੱਲੀ ਤੋਂ ਲਾਹਿਆ ਜਿਹੜਾ ਅਜੇ ਕਾਫੀ ਗਿੱਲਾ ਸੀ ਤੇ ਉਹਨੂੰ ਮੋਢੇ 'ਤੇ ਰੱਖ ਕੇ ਬਾਹਰ ਨਿਕਲ ਗਿਆ। ਅਖੀਰਲਾ ਅੰਗ 20ਵਾਂ। ਪੁੰਨਿਆ ਦੇ ਘਰੋਂ ਨਿਕਲ ਕੇ ਜਦ ਡਾਕਟਰ ਆਨੰਦ ਆਪਣੀ ਕੋਠੀ ਪਹੁੰਚਿਆ ਤਾਂ ਆਪਣੇ ਆਪ ਨੂੰ ਅੱਡੀ ਤੋਂ ਲੈ ਕੇ ਚੋਟੀ ਤੱਕ ਬਦਲਿਆ ਪਾ ਰਿਹਾ ਸੀ। ਮਾਨੋ ਪੁੰਨਿਆ ਦੀ ਰਤੋਂ ਕੀ ਮੁਲਾਕਾਤ ਨੇ ਮਧਾਣੀ ਬਣ ਕੇ ਉਹਦੇ ਅੰਤःਕਰਨ ਨੂੰ ਰਿੜਕ ਸੁੱਟਿਆ ਹੋਵੇ, ਜਿਹਦਾ ਫਲ ਰੂਪ ਉਸ ਅੰਦਰਲੇ ਦੈਵੀ ਗੁਣ ਮੱਖਣ ਬਣ ਕੇ ਉਤਲੀ ਸਤ੍ਹਾ 'ਤੇ ਆ ਗਏ ਹੋਣ ਅਤੇ ਦਾਨਵੀ ਗੁਣ ਛਿੱਡੀ ਬਣ ਕੇ ਹੇਠ ਚਲੇ ਗਏ ਹੋਣ। ਬਾਰ-ਬਾਰ ਉਹਦੇ ਕੰਨਾਂ 'ਚ ਪੁੰਨਿਆ ਦਾ ਕਿਹਾ ਵਾਕ ਤੁਸੀਂ ਮੇਰੇ ਕੰਮ ਦੀ ਚੀਜ਼ ਨਹੀਂ ਹੋ ਗੂੰਜੀ ਜਾ ਰਿਹਾ ਸੀ, ਜਿਹਦੇ ਨਾਲ ਉਹਦੀ ਅੰਤਰ-ਆਤਮਾ ਕਹੀ ਜਾ ਰਹੀ ਸੀ ਕਿ ਪੁੰਨਿਆ ਮੈਂ ਤੇਰੇ ਕੰਮ ਦੀ ਚੀਜ਼ ਬਣ ਕੇ ਦੱਸਾਂਗਾ। ਪਰ ਬਣ ਕੇ ਦੱਸਣਾ ਤਾਂ ਐਡਾ ਸੌਖਾ ਨਹੀਂ ਸੀ। ਸ਼ਾਇਦ ਮੌਜੂਦਾ ਸਥਿਤੀ 'ਚ ਡਾਕਟਰ ਆਨੰਦ ਲਈ ਅਸੰਭਵ ਦੇ ਲਗਭਗ, ਅਤੇ ਡਾਕਟਰ ਆਨੰਦ ਘੰਟਿਆਂ ਬੱਧੀ ਇਸੇ ਵਿਸ਼ੇ 'ਤੇ ਸੋਚਦਾ ਰਿਹਾ ਕਿ ਜੋ ਕੁਝ ਅਸੰਭਵ ਦੇ ਲਗਭਗ ਹੈ ਉਹਨੂੰ ਕਿਵੇਂ ਸੰਭਵ ਬਣਾਇਆ ਜਾ ਸਕਦਾ ਹੈ। ਜਿਹੜਾ ਰਾਹੀ ਬੁਲੰਦੀ ਤੋਂ ਪਥ ਭ੍ਰਸ਼ਟ ਹੋ ਕੇ ਪ੍ਰਸਤੀ 'ਚ ਜਾ ਪਹੁੰਚਿਆ ਹੋਵੇ ਉਹ ਕਿਵੇਂ ਮੁੜ ਆਪਣੇ ਵਾਸਤਵਿਕ ਮਾਰਗ 'ਤੇ ਪਹੁੰਚ ਸਕਦਾ ਹੈ, ਜਾਂ ਕੀ ਐਸਾ ਹੋ ਸਕਣਾ ਸੱਚਮੁੱਚ ਹੀ ਅਸੰਭਵ ਹੈ। ਛੇਕੜੋ ਇਸ ਸਿੱਟੇ 'ਤੇ ਪੁੱਜ ਗਈ ਕਿ ਅਸੰਭਵ ਕੁਝ ਨਹੀਂ ਜੇ ਆਤਮ ਬਲ ਕਿਸੇ ਦੇ ਅੰਦਰੋਂ ਮੁੱਕ ਨਾ ਗਿਆ ਹੋਵੇ, ਅਤੇ ਉਹਨੇ ਡੂੰਘੀ ਖੋਜ ਨਾਲ ਆਪਣੇ ਆਤਮ ਬਲ ਦੇ ਖੰਭ ਤੋਲਣੇ ਸ਼ੁਰੂ ਕੀਤੇ। ਇਸ ਤੋਲ ਮਾਪ ਦੇ ਅੰਤਰਗਤ ਡਾਕਟਰ ਆਨੰਦ ਜਦੋਂ ਆਪਣੇ ਮਨ ਦੀਆਂ ਸਾਰੀਆਂ ਖੂੰਜਾਂ ਫੋਲ ਚੁੱਕਾ, ਜਦ ਸਭਨਾਂ ਛੋਟੇ ਵੱਡੇ ਮਨੋਵਿਕਾਰਾਂ ਦੀ ਹਾਥ ਲੈ ਚੁੱਕਾ, ਤਾਂ ਉਹਨੇ ਸੰਤੋਖ ਦਾ ਇੱਕ ਲੰਮਾ ਸਾਹ ਭਰਿਆ। ਮੈਂ ਕਰ ਸਕਦਾ, ਮੈਂ ਪੁੰਨਿਆ ਦੇ ਕੰਮ ਦੀ ਚੀਜ਼ ਬਣ ਸਕਦਾ। ਮੇਰੇ ਲਈ ਇਹ ਕੰਮ ਭਾਵੇਂ ਕਿੰਨਾ ਹੀ ਦੁੱਭਰ ਹੋਵੇ ਪਰ ਅਸੰਭਵ ਨਹੀਂ। ਉਸੇ ਸ਼ਾਮ ਡਾਕਟਰ ਆਨੰਦ ਨੇ ਆਪਣੇ ਆਪ ਨੂੰ ਡਿਪਟੀ ਕਮਿਸ਼ਨਰ ਦੀ ਕੋਠੀ ਉਹਦੇ ਮੁਲਾਕਾਤੀ ਕਮਰੇ 'ਚ ਵੇਖਿਆ, ਜਿੱਥੇ ਡਿਪਟੀ ਕਮਿਸ਼ਨਰ ਸ਼੍ਰੀ ਰਾਮ ਗੋਪਾਲ ਗਰੋਵਰ ਨਾਲ ਉਹਦਾ ਇੱਕ ਲੰਮਾ ਵਾਰਤਾਲਾਪ ਹੋ ਰਿਹਾ ਸੀ, ਘੰਟੇ ਡੇਢ ਘੰਟੇ ਤੋਂ। ਇਸੇ ਸਿਲਸਿਲੇ 'ਚ ਗਰੋਵਰ ਹੋਰੀ ਅਚੰਭੇ ਭਰੀ ਨਜ਼ਰ ਨਾਲ ਉਸ ਵੱਲ ਤੱਕਦੇ ਕਹਿ ਰਹੇ ਸਨ, ਤੁਸਾਂ ਬੜਾ ਦਲੇਰਾਨਾ ਕਦਮ ਉਠਾਇਆ ਡਾਕਟਰ ਸਾਹਿਬ। ਮੈਂ ਤੁਹਾਡੀ ਉੱਚੀ ਅਖਲਾਕੀ ਦੀ ਦਾਤ ਦਿੰਦਾ। ਕਿਸ ਤਰ੍ਹਾਂ ਇੰਨੀ ਜਲਦੀ ਤੁਹਾਡੀ ਆਤਮਾ ਦਾ ਕਾਇਆ ਕਲਪ ਹੋ ਗਿਆ? ਇਸ 'ਚ ਮੇਰੀ ਕੋਈ ਬਹਾਦਰੀ ਨਹੀਂ ਜੀ, ਕਿਸੇ ਪਾਰਸ ਦੀ ਛੋਹ ਨਹੀਂ ਸਭ ਕੁਝ ਕੀਤਾ। ਤਾਂ ਕੀ ਤੁਸੀਂ ਪੱਕਾ ਇਰਾਦਾ ਕਰ ਲਿਆ? ਜੀ ਬਿਲਕੁਲ ਪੱਕਾ। ਪਰ ਇਹ ਜਿਹੜੀ ਤੁਸੀਂ ਆਪਣੀ ਜਾਇਦਾਦ ਅਤੇ ਨਗਦੀ ਵਗੈਰਾ ਦੀ ਲਿਸਟ ਮੇਰੇ ਸਾਹਮਣੇ ਰੱਖੀ ਹੈ, ਇਹ ਤੋਂ ਤਾਂ ਸਾਬਤ ਹੁੰਦਾ ਕਿ ਤੁਸੀਂ ਆਪਣੇ ਗੁਜ਼ਾਰੇ ਲਈ ਕੁਝ ਵੀ ਨਹੀਂ ਰੱਖਿਆ। ਮੇਰੇ ਗੁਜ਼ਾਰੇ ਲਈ ਡਾਕਟਰੀ ਦਾ ਡਿਪਲੋਮਾ ਮੇਰੇ ਕੋਲ ਹੈ, ਪਰ ਤੁਸੀਂ ਆਪਣੀ ਰਿਹਾਇਸ਼ ਵਾਲੀ ਕੋਠੀ ਵੀ ਤਾਂ ਛੱਡ ਰਹੇ ਹੋ। ਜੀ ਹਾਂ, ਮੈਂ ਆਪਣੀ ਰਿਹਾਇਸ਼ ਅਤੇ ਪ੍ਰੈਕਟਿਸ ਲਈ ਕੋਈ ਹੋਰ ਥਾਂ ਲੱਭ ਲਾਂਗਾ, ਸ਼ਾਇਦ ਜਲੰਧਰ ਚਲਾ ਜਾਵਾਂ। ਓਹ ਕਿੰਨਾ ਤਿਆਗ! ਮੰਨਿਆ ਕਿ ਇਹ ਪ੍ਰਾਪਰਟੀ ਤੁਸੀਂ ਗੈਰ ਕਾਨੂੰਨੀ ਤਰੀਕੇ ਨਾਲ ਪੈਦਾ ਕੀਤੀ ਸੀ, ਪਰ ਹੱਥ 'ਚ ਆਈ ਲੱਖਾਂ ਦੀ ਪੂੰਜੀ ਨੂੰ ਇਸ ਤਰ੍ਹਾਂ ਛੱਡ ਦੇਣਾ, ਇਹ ਸਪਿਰਿਟ ਤਾਂ ਮੈਂ ਸਿਰਫ ਤੁਹਾਡੇ 'ਚ ਹੀ ਵੇਖੀ ਹੈ ਡਾਕਟਰ ਜੀ। ਮੇਜ਼ 'ਤੇ ਡਾਕਟਰ ਆਨੰਦ ਵੱਲੋਂ ਲਿਖੀ ਹੋਈ ਇੱਕ ਲੰਮੀ ਚਿੱਠੀ ਪਈ ਸੀ, ਜਿਸ 'ਚ ਉਹਨੇ ਆਪਣੇ ਅੱਜ ਤੱਕ ਦੇ ਆਚਰਣ ਦੀ ਵਿਆਖਿਆ ਕੀਤੀ ਸੀ, ਜਿਸ 'ਚ ਲਿਖਿਆ ਸੀ ਕਿ ਉਹਨੇ ਕਿਹੜੇ-ਕਿਹੜੇ ਆਦਮੀਆਂ ਪਾਸੋਂ ਕਿੰਨੀ-ਕਿੰਨੀ ਰਿਸ਼ਵਤ ਲਈ, ਉਹਨਾਂ ਨੂੰ ਕੀ-ਕੀ ਰਿਆਇਤਾਂ ਦਿੱਤੀਆਂ, ਕਿਹੜੇ-ਕਿਹੜੇ ਆਦਮੀ ਉਹਦੀ ਇਸ ਚੋਰ ਕਮਾਈ 'ਚ ਹਿੱਸੇਦਾਰ ਬਣੇ ਆਦਿ। ਗਰੋਵਰ ਜੀ ਨਾਲ ਭਾਵੇਂ ਡਾਕਟਰ ਆਨੰਦ ਦੇ ਦੋਸਤਾਨਾ ਸੰਬੰਧ ਸਨ, ਪਰ ਇਸ ਵੇਲੇ ਡਾਕਟਰ ਦੋਸਤ ਦੀ ਮੁਜਰਮ ਦੀ ਹੈਸੀਅਤ ਵਿੱਚ ਉਹਨਾਂ ਪਾਸ ਆਇਆ ਬੈਠਾ ਹੈ। ਚਿੱਠੀ ਰਾਹੀਂ ਵੀ ਅਤੇ ਜ਼ਬਾਨੀ ਵੀ ਉਹ ਆਪਣੇ ਅੱਜ ਤੀਕ ਦੇ ਸਾਰੇ ਗੁਪਤ ਪ੍ਰਗਟ ਜੁਰਮਾਂ ਦਾ ਇਕਬਾਲ ਕਰ ਚੁੱਕਾ ਹੈ। ਥੋੜ੍ਹਾ ਚਿਰ ਚੁੱਪ ਰਹਿ ਕੇ ਡਾਕਟਰ ਬੋਲਿਆ, ਜਨਾਬ ਮੈਂ ਆਪਣੇ ਜੁਰਮਾਂ ਦੀ ਹਰ ਇੱਕ ਸਜ਼ਾ ਭੁਗਤਣ ਦਾ ਇਰਾਦਾ ਕਰਕੇ ਆਇਆ। ਤੁਸੀਂ ਮੈਨੂੰ ਗ੍ਰਿਫਤਾਰ ਕਰ ਸਕਦੇ ਹੋ। ਗੰਭੀਰ ਜਿਹੇ ਭਾਵ 'ਚ ਗਰੋਵਰ ਜੀ ਬੋਲੇ, ਡਾਕਟਰ ਸਾਹਿਬ ਇਸ 'ਚ ਕੋਈ ਸ਼ੱਕ ਨਹੀਂ ਕਿ ਕਾਨੂੰਨ ਦੀ ਰੂਹ ਨਾਲ ਤੁਸੀਂ ਮੁਜਰਮ ਹੋ, ਅਤੇ ਮੇਰੀ ਕਾਨੂੰਨੀ ਜ਼ਿੰਮੇਵਾਰੀ ਬਾਬਤ ਵੀ ਤੁਸੀਂ ਜਾਣਦੇ ਹੋ ਕਿ ਕਾਨੂੰਨ ਦੇ ਸਾਹਮਣੇ ਆਪਣੇ ਜਾਂ ਬਗਾਨੇ ਦੀ ਕੋਈ ਤਮੀਜ਼ ਨਹੀਂ ਕੀਤੀ ਜਾ ਸਕਦੀ। ਮੈਂ ਕਾਨੂੰਨ ਅਤੇ ਉਹਦੇ ਇਰਾਦਿਆਂ ਨੂੰ ਨਜ਼ਰਾਂ ਅੱਗੇ ਰੱਖਦਾ ਹੋਇਆ ਕਹਿ ਸਕਦਾ ਕਿ ਤੁਸੀਂ ਮੁਜਰਮ ਹੁੰਦਿਆਂ ਹੋਇਆਂ ਵੀ ਬਹੁਤ ਵੱਡੀ ਜਿੰਦਾ ਦਿਲੀ ਦਾ ਸਬੂਤ ਦਿੱਤਾ ਹੈ। ਆਪਣੀ 25 ਸਾਲਾ ਨੌਕਰੀ 'ਚ ਮੈਨੂੰ ਕਿਤੇ ਵੀ ਇਹੋ ਜਿਹੀ ਮਿਸਾਲ ਨਹੀਂ ਮਿਲਦੀ ਕਿ ਕਿਸੇ ਨੇ ਇੰਨੀ ਜ਼ਬਰਦਸਤ ਇਖਲਾਕੀ ਦਲੇਰੀ ਵਿਖਾਈ ਹੋਵੇ। ਸੋ ਮੈਂ ਇਸ ਕੇਸ ਨੂੰ ਰਜਿਸਟਰ ਕਰ ਲਾਂਗਾ। ਤੁਸੀਂ ਮੈਨੂੰ ਆਪਣੀ ਜ਼ਮਾਨਤ ਲਈ ਇੱਕ ਦਰਖਾਸਤ ਲਿਖ ਦਿਓ ਤਾਂ ਜੋ ਮੈਂ ਜ਼ਮਾਨਤ ਉੱਤੇ ਤੁਹਾਨੂੰ ਰਿਹਾ ਕਰਾ ਸਕਾਂ। ਬਾਕੀ ਰਿਹਾ ਤੁਹਾਡੀ ਸਜ਼ਾ ਦਾ ਸਵਾਲ, ਸੋ ਚੰਗਾ ਹੋਵੇ ਕਿ ਇਸ ਕੇਸ 'ਚ ਤੁਸੀਂ ਵਾਅਦਾ ਮਾਫ ਗਵਾਹ ਬਣ ਜਾਓ, ਕਿਉਂਕਿ ਇਹ ਕੇਸ ਇੱਕ ਬਹੁਤ ਵੱਡੇ ਗਰੋਹ ਨਾਲ ਸੰਬੰਧ ਰੱਖਦਾ ਹੈ, ਜਿਨ੍ਹਾਂ ਦੀ ਗ੍ਰਿਫਤਾਰੀ ਲਈ ਮੈਂ ਵਾਰੰਟ ਜਾਰੀ ਕਰ ਦਿਆਂਗਾ। ਜਿਸ ਲੜਕੇ ਨਵਲ ਕਿਸ਼ੋਰ ਦਾ ਤੁਸੀਂ ਜ਼ਿਕਰ ਕੀਤਾ ਉਹਨੂੰ ਗਵਾਹਾਂ 'ਚ ਤਲਬ ਕੀਤਾ ਜਾਏਗਾ। ਕੀ ਇਹ ਤਜਵੀਜ਼ ਤੁਹਾਨੂੰ ਮਨਜ਼ੂਰ ਹੈ? ਜੀ ਨਹੀਂ, ਡਾਕਟਰ ਬੋਲਿਆ। ਵਾਅਦਾ ਮਾਫ ਗਵਾਹ ਦੇ ਤੌਰ 'ਤੇ ਨਹੀਂ, ਮੈਂ ਮੁਲਜ਼ਮ ਦੇ ਤੌਰ 'ਤੇ ਇਸ ਕਾਰਵਾਈ 'ਚ ਹਿੱਸਾ ਲਵਾਂਗਾ, ਕਿਉਂਕਿ ਮੈਂ ਆਪਣੇ ਜੁਰਮ ਦੀ ਸਜ਼ਾ ਤੋਂ ਬਚਣ ਦਾ ਇਰਾਦਾ ਨਹੀਂ ਰੱਖਦਾ। ਗਰੋਵਰ ਸਾਹਿਬ ਨੇ ਸੋਚਣ 'ਚ ਕਾਫੀ ਚਿਰ ਬਿਤਾ ਦਿੱਤਾ, ਫਿਰ ਬੋਲੇ, ਵਾਅਦਾ ਮਾਫ ਗਵਾਹ ਦੀ ਦਰਅਸਲ ਇਸ ਕੇਸ 'ਚ ਲੋੜ ਵੀ ਕੋਈ ਨਹੀਂ, ਜਦਕਿ ਤੁਹਾਡੀ ਇਹ ਚਿੱਠੀ ਸਭ ਤੋਂ ਮੁਅਤਬਰ ਗਵਾਹ ਹੈ।
ਪਰ ਮੈਂ ਹਰਗਿਜ਼ ਨਹੀਂ ਚਾਹਾਂਗਾ ਕਿ ਤੁਸੀਂ ਜਿਹੜੇ ਕਿ ਲੱਖਾਂ ਰੁਪਇਆਂ ਦੀ ਪੂੰਜੀ ਤੋਂ ਦਸਤਬਰਦਾਰ ਹੋ ਕੇ ਸਭ ਤੋਂ ਵੱਡੀ ਸਜ਼ਾ ਕਬੂਲ ਚੁੱਕੇ ਹੋ, ਹੋਰ ਸਜ਼ਾ ਪਾਓ। ਅੱਛਾ ਖੈਰ, ਮੈਂ ਇਸ ਮਾਮਲੇ ਨੂੰ ਸੁਲਝਾ ਲਵਾਂਗਾ। ਹੋਰ ਜੇ ਕੋਈ ਰਾਹ ਨਾ ਲੱਭਾ ਤਾਂ ਮੈਂ ਜੁਰਮਾਨੇ ਜਾਂ ਜ਼ਬਤੀ ਰਾਹੀਂ ਤੁਹਾਡੀ ਸਜ਼ਾ ਵਾਲਾ ਮਾਮਲਾ ਹੱਲ ਕਰ ਲਾਂਗਾ, ਪਰ ਜੇਲ੍ਹ 'ਚ ਜਾਣਾ ਸ਼ਾਇਦ ਤੁਹਾਨੂੰ ਨਸੀਬ ਨਾ ਹੋਵੇ। ਨਹੀਂ ਜਨਾਬ, ਡਾਕਟਰ ਜ਼ਿੱਦ ਭਰੇ ਲਹਿਜੇ 'ਚ ਬੋਲਿਆ। ਮੈਂ ਜੇਲ੍ਹ ਜਾ ਕੇ ਜ਼ਿਆਦਾ ਖੁਸ਼ ਹੋਵਾਂਗਾ। ਇਹ ਸੋਚਣਾ ਮੇਰਾ ਕੰਮ ਹੈ, ਤੁਹਾਡਾ ਨਹੀਂ। ਅੱਛਾ ਹੁਣ ਤੁਸੀਂ ਜਾ ਸਕਦੇ ਹੋ ਅਤੇ ਆਰਾਮ ਕਰੋ। ਇਸ ਤੋਂ ਬਾਅਦ ਜਦ ਗਰੋਵਰ ਜੀ ਅਤੇ ਡਾਕਟਰ ਦੋਵੇਂ ਬਾਹਰ ਕੋਠੀ ਦੇ ਲਾਨ 'ਚ ਪੁੱਜੇ ਜਿੱਥੇ ਡਾਕਟਰ ਦੀ ਕਾਰ ਖੜ੍ਹੀ ਸੀ, ਗਰੋਵਰ ਜੀ ਕਹਿਣ ਲੱਗੇ, ਅੱਛਾ ਡਾਕਟਰ ਜੀ, ਕੋਠੀ ਦੇ ਕਮਰੇ ਅੰਦਰ ਤਾਂ ਮੰਨਿਆ ਕਿ ਮੈਂ ਹਾਕਮ ਸੀ, ਤੁਸੀਂ ਮੁਜਰਮ, ਪਰ ਇਸ ਵੇਲੇ ਅਸੀਂ ਦੋਵੇਂ ਮਿੱਤਰ ਹਾਂ। ਇੱਕ ਮਿੱਤਰ ਦੇ ਤੌਰ 'ਤੇ ਮੈਂ ਤੁਹਾਨੂੰ ਇਸ ਤਿਆਗ ਲਈ ਮੁਬਾਰਕਬਾਦ ਦਿੰਦਾ ਕਿ ਤੁਸੀਂ ਬਹੁਤ ਵੱਡਾ ਕਾਰਨਾਮਾ ਕਰਕੇ ਵਿਖਾਇਆ। ਡਾਕਟਰ ਉੱਤੇ ਇਸ ਪ੍ਰਸ਼ੰਸਾ ਦਾ ਕੋਈ ਅਸਰ ਨਹੀਂ ਹੋਇਆ। ਫਿਰ ਵੀ ਮਹਾਨਤਾ ਦੇ ਅਹਿਸਾਸ ਨੇ ਉਹਦੇ ਚਿਹਰੇ ਉੱਤੇ ਨਿਖਾਰ ਜਿਹਾ ਜ਼ਰੂਰ ਲੈ ਆਂਦਾ। ਲਾਨ 'ਚ ਟਹਿਲਦੇ ਹੋਏ ਉਹ ਦੋਵੇਂ 10-15 ਮਿੰਟ ਗੱਲਾਂ ਕਰਦੇ ਰਹੇ। ਜਦ ਡਾਕਟਰ ਆਪਣੇ ਮਿੱਤਰ ਤੋਂ ਆਗਿਆ ਲੈ ਕੇ ਕੋਠੀ ਤੋਂ ਬਾਹਰ ਨਿਕਲ ਤੁਰਿਆ ਤਾਂ ਗਰੋਵਰ ਸਾਹਿਬ ਨੇ ਪਿੱਛੋਂ ਆਵਾਜ਼ ਮਾਰੀ, ਡਾਕਟਰ ਜੀ, ਤੁਸੀਂ ਗੱਡੀ ਜੋ ਲਿਆਂਦੀ ਹੋਈ ਹੈ, ਪੈਦਲ ਕਿਉਂ ਜਾ ਰਹੇ ਹੋ? ਇਹ ਗੱਡੀ ਹੁਣ ਮੇਰੀ ਨਹੀਂ, ਸਰਕਾਰੀ ਹੈ। ਇੰਨੀ ਗੱਲ ਕਹਿ ਕੇ ਡਾਕਟਰ ਛੇਤੀ ਕਦਮ ਵਧਾਉਂਦਾ ਹੋਇਆ ਬਾਹਰ ਨਿਕਲ ਗਿਆ। ਉਸ ਤੋਂ 2 ਦਿਨ ਬਾਅਦ ਜਿਵੇਂ ਅੰਬਾਲਾ ਸ਼ਹਿਰ ਦੇ ਛਾਉਣੀ 'ਚ ਕੋਈ ਤੂਫਾਨ ਜਿਹਾ ਝੁੱਲ ਖਲੋਤਾ। ਅਜੇ ਤੱਕ ਵੀ ਇਸ ਤੂਫਾਨ ਦੇ ਅਸਰ ਤੋਂ ਜੇ ਕੋਈ ਥਾਂ ਬਚੀ ਸੀ, ਉਸ ਥਾਂ 'ਤੇ ਅਖਬਾਰੀ ਹਾਕਮਾਂ ਨੇ ਇਹਨੂੰ ਪਹੁੰਚਾ ਦਿੱਤਾ, ਜਿਹੜੇ ਦਿਨ ਚੜ੍ਹਦਿਆਂ ਉੱਚੀ ਪੁਕਾਰਦੇ ਹੋਏ ਬਾਜ਼ਾਰਾਂ ਮੁਹੱਲਿਆਂ 'ਚ ਦੌੜੇ ਫਿਰਦੇ ਸੀ। ਗ੍ਰਿਫਤਾਰੀਆਂ ਦੀ ਭਰਮਾਰ, ਪੁਲਿਸ ਦੇ ਛਾਪੇ, ਵੱਡੇ ਲੀਡਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਕ੍ਰਾਂਤੀਕਾਰੀ ਅਖਬਾਰ ਦਾ ਐਡੀਟਰ ਵੀ ਗ੍ਰਿਫਤਾਰ, ਉਹਦੇ ਪ੍ਰੈਸ ਦੇ ਮਕਾਨ 'ਤੇ ਕਬਜ਼ਾ ਕਰ ਲਿਆ। ਡਾਕਟਰ ਆਨੰਦ ਨੇ ਜ਼ਿਮਨੀ ਚੋਣ 'ਚੋਂ ਆਪਣਾ ਨਾਮ ਵਾਪਸ ਲੈ ਲਿਆ। ਦੁਪਹਿਰਾਂ ਢਲ ਚੁੱਕੀਆਂ ਸਨ। ਅੱਜ ਦਾ ਸਾਰਾ ਦਿਨ ਡਾਕਟਰ ਆਨੰਦ ਨੇ ਕਿਰਾਏ ਦਾ ਮਕਾਨ ਤਲਾਸ਼ ਕਰਨ 'ਚ ਬਿਤਾਇਆ। ਇਸ ਵੇਲੇ ਇੱਕ ਅਖਬਾਰ ਉਹਦੇ ਹੱਥ 'ਚ ਫੜਿਆ ਸੀ। ਉਹਦੀਆਂ ਅੱਖਾਂ ਅੱਗੇ ਅਖਬਾਰ ਦੀਆਂ ਸੁਰਖੀਆਂ ਫਿਰ ਰਹੀਆਂ ਸਨ, ਪਰ ਇਹਨਾਂ ਸੁਰਖੀਆਂ 'ਚੋਂ ਪੜ੍ਹ ਰਿਹਾ ਸੀ ਉਹ ਕੁਝ ਹੋਰ ਹੀ ਮਜ਼ਮੂਨ। ਹੁਣ ਵੀ ਜਿਵੇਂ ਉਸ ਰਾਤ ਵਾਂਗ ਪੁੰਨਿਆ ਉਹਦੇ ਸਾਹਮਣੇ ਬੈਠੀ ਆਪਣੀ ਬੀਤੀ ਸੁਣਾ ਰਹੀ ਸੀ। ਉਹਦੇ ਮਨ ਦੀ ਸਕਰੀਨ ਉੱਤੇ ਉਹੀ ਤਸਵੀਰ ਲੜੀਵਾਰ ਚੱਲ ਰਹੀ ਸੀ, ਜਿਹੜੀ ਅਖੀਰ ਉਸ ਥਾਂ 'ਤੇ ਜਾ ਕੇ ਅਟਕ ਗਈ ਜਿੱਥੇ ਪੁੰਨਿਆ ਬੂਹੇ ਦਾ ਕੁੰਡਾ ਅੜਾ ਚੁੱਕਣ ਤੋਂ ਬਾਅਦ ਲਾਲਟਨ ਬੁਝਾ ਰਹੀ ਸੀ। ਪੁੰਨਿਆ ਦਾ ਉਹੀ ਅਮਲ ਜਿਹਨੇ ਡਾਕਟਰ ਆਨੰਦ ਦੇ ਚਿਹਰੇ 'ਚ ਨਫ਼ਰਤ ਦਾ ਭਾਂਬੜ ਬਾਲ ਦਿੱਤਾ ਸੀ, ਇਸ ਵੇਲੇ ਬਦਲਿਆ ਹੋਇਆ ਸੀ। ਪੁੰਨਿਆ ਯੱਗ ਵੇਦੀ ਦੇ ਕੁੰਡ ਪਾਸ ਖੜੀ ਆਪਣੇ ਇਸਤਰੀਪਨ ਦਾ ਬਲੀਦਾਨ ਚੜ੍ਹਾ ਰਹੀ ਸੀ। ਉਹਨੂੰ ਦਿਖਾਈ ਦਿੱਤੀ। ਉਹ ਆਪਣੀ ਮੂਰਖਤਾ ਉੱਤੇ ਇੱਕ ਵਾਰੀ ਫਿਰ ਤਿਲਮਿਲਾ ਉੱਠਿਆ। ਇਹ ਮੈਂ ਕੀ ਕਰ ਬੈਠਾ? ਇੰਨੀ ਜਲਦਬਾਜ਼ੀ ਮੈਂ ਕਿਉਂ ਕੀਤੀ? ਪੁੰਨਿਆ ਦੀ ਪਵਿੱਤਰਤਾ ਉੱਤੇ ਏਡਾ ਵੱਡਾ ਦੋਸ਼ ਲਾਉਂਦਿਆਂ ਕਿਉਂ ਨਾ ਮੇਰੀ ਜ਼ਬਾਨ ਢਹਿ ਪਈ। ਜਿਸ ਪੁੰਨਿਆ ਨੇ ਇੱਕੋ ਰਾਤ 'ਚ ਮੇਰੇ ਜੀਵਨ ਅੰਦਰ ਇਨਕਲਾਬ ਲਿਆਂਦਾ, ਜਿਸ ਪੁੰਨਿਆ ਦਾ ਦਿਲ ਪਰਾਈ ਪੀੜ ਨਾਲ ਹਮੇਸ਼ਾ ਚਮਕਦਾ ਰਹਿੰਦਾ ਹੈ, ਜਿਹੜੀ ਹਰ ਬਗਾਨੇ ਲਈ ਆਪਾ ਵਾਰਨ ਨੂੰ ਅਮਲੀ ਤੌਰ 'ਤੇ ਤਿਆਰ ਹੋ ਸਕਦੀ ਹੈ, ਉਸ ਦੇਵੀ ਉੱਤੇ ਇਹ ਅਨਿਆਂ। ਅਤੇ ਜਦ ਉਹਨੇ ਆਪਣੀ ਸੱਜਰੀਆਂ ਕਿਰਿਆਵਾਂ 'ਤੇ ਨਜ਼ਰ ਮਾਰੀ ਤਾਂ ਉਹਦੇ ਦਿਲ ਨੂੰ ਕਾਫੀ ਹੌਸਲਾ ਹੋ ਆਇਆ। ਸੋਚਣ ਲੱਗਾ, ਇਸ ਵੇਲੇ ਪੁੰਨਿਆ ਆਪਣੇ ਕਮਰੇ 'ਚ ਬੈਠੀ ਸ਼ਾਇਦ ਅਖਬਾਰ ਪੜ੍ਹ ਰਹੀ ਹੋਏਗੀ। ਸੰਭਵ ਹੈ ਕਿ ਇਹਨਾਂ ਦੀ ਸੁਰਖੀਆਂ ਉੱਤੇ ਇਸ ਵੇਲੇ ਉਹਦੀ ਨਜ਼ਰ ਅਟਕੀ ਹੋਵੇ। ਕੀ ਇਹਨਾਂ ਖਬਰਾਂ ਨੂੰ ਪੜ੍ਹ ਕੇ ਵੀ ਉਹਦੇ ਦਿਲ 'ਚ ਤਬਦੀਲੀ ਨਹੀਂ ਆਈ ਹੋਏਗੀ? ਕਿ ਅਜੇ ਵੀ ਉਹ ਮੈਨੂੰ ਮਾफ़ ਨਹੀਂ ਕਰੇਗੀ? ਇੱਕ ਹੋਰ ਗੱਲ ਵੱਲ ਉਹਦਾ ਖਿਆਲ ਚਲਾ ਗਿਆ। ਕੱਲ੍ਹ ਤੋਂ ਡਿਸਪੈਂਸਰੀ 'ਚ ਆਪਣੀ ਡਿਊਟੀ 'ਤੇ ਨਹੀਂ ਆਈ, ਨਾ ਹੀ ਕੈਂਪਾਂ ਦਾ ਦੌਰਾ ਕਰਨ ਲਈ। ਕੀ ਇਸ 'ਚ ਵੀ ਉਹਦੀ ਨਾਰਾਜ਼ਗੀ ਦਾ ਹੱਥ ਨਹੀਂ? ਤਾਂ ਮੈਨੂੰ ਖੁਦ ਹੀ ਉਸ ਪਾਸ ਜਾਣਾ ਚਾਹੀਦਾ। ਅਖਬਾਰ ਨੂੰ ਉੱਥੇ ਸੁੱਟ ਕੇ ਉੱਠ ਖੜੋਤਾ, ਛੇਤੀ ਕੱਪੜਾ ਲੱਤਾ ਪਾਉਣ ਲੱਗਾ। ਨਾਲੋਂ ਸੋਚੀ ਜਾਂਦਾ, ਪੁੰਨਿਆ ਦੇ ਨਾਰਾਜ਼ ਰਹਿਣ ਦੀ ਹੁਣ ਕੋਈ ਵਜ੍ਹਾ ਨਹੀਂ ਹੋ ਸਕਦੀ, ਜਦਕਿ ਮੈਂ ਉਹਦਾ ਜੀਵਨ ਸਾਥੀ ਬਣਨ ਦੀ ਯੋਗਤਾ ਲੈ ਕੇ ਇਸ ਵੇਲੇ ਉਸ ਪਾਸ ਜਾ ਰਿਹਾ। ਸੂਰਜ ਢਲ ਚੁੱਕਾ ਸੀ। ਕੋਠੀ ਦੇ ਲਾਨ 'ਚ ਉਦਾਸ ਜਿਹਾ ਹਨੇਰਾ ਫੈਲਿਆ ਸੀ। ਕੱਪੜਾ ਲੱਤਾ ਪਾ ਚੁੱਕਣ ਤੋਂ ਬਾਅਦ ਉਹ ਕੋਠੀ ਤੋਂ ਬਾਹਰ ਨਿਕਲਿਆ। ਨਿਕਲ ਕੇ ਉਹ ਮਸੇ 10-15 ਕਦਮ ਹੀ ਗਿਆ, ਸਾਹਮਣਿਓਂ ਪੋਸਟਮੈਨ ਆਉਂਦਾ ਉਹਨੂੰ ਵਿਖਾਈ ਦਿੱਤਾ ਅਤੇ ਫਿਰ ਡਾਕੀਆ ਉਹਨੂੰ ਇੱਕ ਚਿੱਠੀ ਦੇ ਕੇ ਗਾਂਹ ਤੁਰ ਗਿਆ। ਚਿੱਠੀ ਪੁੰਨਿਆ ਵੱਲੋਂ ਸੀ। ਖੋਲ੍ਹ ਕੇ ਉਸ ਪੜ੍ਹਨੀ ਸ਼ੁਰੂ ਕੀਤੀ। ਸਤਿਕਾਰਯੋਗ ਡਾਕਟਰ ਜੀ, ਤੁਹਾਡੀ ਮੁਲਾਕਾਤ ਤੋਂ ਬਾਅਦ ਸਮਝ ਲਓ ਮੇਰੀ ਜ਼ਿੰਦਗੀ ਦਾ ਨਕਸ਼ਾ ਹੀ ਪਲਟ ਗਿਆ। ਤੁਹਾਡੇ ਆਦਰਸ਼ਵਾਦ ਦੀ ਵੰਨਗੀ ਅਤੇ ਤੁਹਾਡੇ ਪਿਆਰ ਦੀ ਮਜ਼ਬੂਤੀ ਨੂੰ ਮੈਂ ਖੂਬ ਪਰਤਾ ਕੇ ਵੇਖ ਲਿਆ। ਭਾਵੇਂ ਅਖੀਰ 'ਚ ਪਛਤਾਤਾਪ ਕਰਦੇ ਹੋਏ ਮੈਨੂੰ ਅਪਣਾਉਣ ਲਈ ਤੁਸੀਂ ਕਾਫੀ ਉਤਸ਼ਾਹ ਵਿਖਾਇਆ, ਪਰ ਮੇਰਾ ਦਿਲ ਕਹਿੰਦਾ ਹੈ ਕਿ ਇਹ ਸਭ ਤੁਸੀਂ ਗਲ ਪਿਆ ਢੋਲ ਵਜਾਉਣ ਵਾਲੀ ਗੱਲ ਕੀਤੀ ਸੀ। ਤੁਹਾਡਾ ਹਾਜ਼ਮਾ ਹਾਲੇ ਇੰਨਾ ਤਕੜਾ ਨਹੀਂ ਕਿ ਮੈਨੂੰ ਜਿਸ ਹਾਲ 'ਚ ਮੈਂ ਇਸ ਵੇਲੇ ਹਾਂ ਹਜ਼ਮ ਕਰ ਸਕੋ। ਮੈਂ ਜਾ ਰਹੀ ਹਾਂ ਡਾਕਟਰ ਜੀ, ਅਤੇ ਬਿਨਾਂ ਇਸ ਗੱਲ ਦਾ ਨਿਸ਼ਚਾ ਕੀਤਿਆਂ ਕਿ ਅੰਨੇ ਪਰਮੇ ਨੂੰ ਉਂਗਲੀ ਲਾ ਕੇ ਕਿੱਥੇ ਜਾਣਾ ਹੋਏਗਾ, ਪਰ ਜਾ ਰਹੀ ਹਾਂ ਕੇਵਲ ਇਸ ਲਈ ਕਿ ਤੁਹਾਨੂੰ ਪ੍ਰਾਸ਼ਚਿਤ ਕਰਨ ਅਤੇ ਹਾਜ਼ਮਾ ਦਰੁਸਤ ਕਰਨ ਦਾ ਖੁੱਲ੍ਹਾ ਮੌਕਾ ਮਿਲ ਸਕੇ। ਬਾਕੀ ਇਸ ਗੱਲ ਦਾ ਭਰੋਸਾ ਦਿਵਾਉਂਦੀ ਹਾਂ ਕਿ ਮੇਰੇ ਜੀਵਨ 'ਚ ਹੁਣ
ਹੋਰ ਕਿਸੇ ਦੀ ਸਮਾਈ ਲਈ ਕੋਈ ਗੁੰਜਾਇਸ਼ ਨਹੀਂ ਰਹੀ। ਇਸ ਵਿੱਚ ਜਾਂ ਤਾਂ ਤੁਸੀਂ ਹੋਗੇ ਜਾਂ ਫਿਰ ਕੋਈ ਵੀ ਨਹੀਂ। ਲੱਗਦੀ ਵਾ ਮੈਂ ਦੂਰ ਤੋਂ ਦੂਰ ਜਾਣ ਦਾ ਯਤਨ ਕਰਾਂਗੀ, ਪਰ ਕੇਵਲ ਸਰੀਰਕ ਤੌਰ 'ਤੇ। ਦਿਲ ਮੇਰਾ ਸਦਾ ਤੁਹਾਡੇ ਕੋਲ ਹੋਏਗਾ। ਮੈਂ ਮਹਿਸੂਸ ਕਰਦੀ ਹਾਂ ਕਿ ਮੇਰੀ ਕਿਸ਼ਤੀ ਇਸ ਵੇਲੇ ਮੰਝਧਾਰ 'ਚ ਹੈ, ਫਿਰ ਵੀ ਮੈਨੂੰ ਪਾਰਲਾ ਕੰਢਾ ਨਜ਼ਰ ਹੀ ਆ ਰਿਹਾ, ਜਿੱਥੇ ਪਹੁੰਚਣ ਦੀ ਆਸ ਦੇ ਆਸਰੇ ਹੀ ਮੈਂ ਜੀਆਂਗੀ। ਤੁਸੀਂ ਅਵਸ਼ ਹੈਰਾਨ ਅਤੇ ਦੁਖੀ ਹੋਵੋਗੇ, ਪਰ ਮੇਰੇ ਲਈ ਹੁਣ ਇਸ ਤੋਂ ਬਿਨਾਂ ਹੋਰ ਕੋਈ ਰਸਤਾ ਨਹੀਂ ਕਿ ਜਦ ਤੱਕ ਆਪਣੇ ਆਪ ਨੂੰ ਤੁਹਾਡੀਆਂ ਨਜ਼ਰਾਂ ਤੋਂ ਦੂਰ ਰੱਖਾਂ, ਜਦ ਤੱਕ ਤੁਸੀਂ ਬਿਲਕੁਲ ਉਹ ਨਹੀਂ ਬਣ ਜਾਂਦੇ ਜੋ ਮੈਂ ਤੁਹਾਨੂੰ ਵੇਖਣਾ ਚਾਹੁੰਦੀ ਹਾਂ। ਐਸ਼ਵਰਯ ਦੀ ਮੈਨੂੰ ਲੋੜ ਨਹੀਂ, ਨਾ ਹੀ ਸੁੱਖ ਦੇ ਪੰਘੂੜੇ ਝੂਟਣ ਦੀ ਤਮੰਨਾ। ਮੈਂ ਬਸ ਨਿਰਵਿਘਨ ਅਤੇ ਨਿਰਪਾਪ ਜੀਵਨ ਜਿਉਣਾ ਚਾਹੁੰਦੀ ਹਾਂ, ਜਿਹੜਾ ਮੈਨੂੰ ਤੁਹਾਡੇ ਮਾਲ ਦੌਲਤ ਵਿੱਚੋਂ ਨਹੀਂ, ਤੁਹਾਡੇ ਤਿਆਗ 'ਚੋਂ ਹੀ ਲੱਭ ਸਕੇਗਾ। ਬੜੀ ਬੇਸਬਰੀ ਨਾਲ ਉਸ ਦਿਨ ਦੀ ਉਡੀਕ ਕਰਾਂਗੀ ਜਦੋਂ ਤੁਹਾਡੇ ਮੋਢੇ ਨਾਲ ਮੋਢਾ ਜੋੜ ਕੇ ਟੁਰ ਸਕਾਂ, ਪਰ ਇਹ ਤੁਹਾਡੇ ਹੀ ਹੱਥ ਹੈ। ਇੱਕ ਗੱਲ ਹੋਰ ਵੀ ਦੱਸਦੇ ਹਾਂ, ਪੰਡਿਤ ਸ਼ੁਕਲ ਵਾਲਾ ਮਾਮਲਾ ਜਿਸ ਨੂੰ ਮੈਂ ਚੁੱਕਿਆ ਸੀ, ਅੱਧ ਵਿਚਾਲੇ ਨਹੀਂ ਸੁੱਟਣਾ ਚਾਹੁੰਦੀ। ਮੇਰੀ ਖਾਹਿਸ਼ ਹੈ ਕਿ ਉਹਨੂੰ ਇਹਦੇ ਦੁਸ਼ਟਪੁਣੇ ਦੀ ਸਜ਼ਾ ਜ਼ਰੂਰ ਮਿਲੇ, ਸੋ ਇਹ ਕੰਮ ਤੁਹਾਡੇ ਜ਼ਿੰਮੇ ਸੌਂਪਦੀ ਹਾਂ। ਇਹ ਤੋਂ ਛੁੱਟ ਵਿਚਾਰੇ ਨਵਲ ਕਿਸ਼ੋਰ ਦਾ ਮੈਨੂੰ ਬੜਾ ਫਿਕਰ ਹੈ। ਮਤੇ ਸ਼ੁਕਲ ਉਸ ਗਰੀਬ ਨੂੰ ਕਿਸੇ ਮੁਸੀਬਤ ਵਿੱਚ ਫਸਾ ਦੇਵੇ। ਮੁੰਡੇ ਦੇ ਟੱਬਰ ਦਾ ਗੁਜ਼ਾਰਾ ਉਸੇ ਦੀ ਕਮਾਈ 'ਤੇ ਹੈ, ਨਾਲੇ ਵਿਚਾਰੀ ਨਿਹਾਲੋ ਵੀ ਅਜੇ ਪੂਰੀ ਤਰ੍ਹਾਂ ਸਿਹਤਯਾਬ ਨਹੀਂ ਹੋਈ। ਉਸ ਵੱਲ ਖਾਸ ਤੌਰ 'ਤੇ ਧਿਆਨ ਰੱਖਣਾ। ਮੈਂ ਘੱਟ ਤੋਂ ਘੱਟ 1 ਸਾਲ ਤੇ ਵੱਧ ਤੋਂ ਵੱਧ 2 ਸਾਲਾਂ ਲਈ ਤੁਹਾਡੇ ਤੋਂ ਵੱਖ ਰਹਿਣ ਦਾ ਇਰਾਦਾ ਰੱਖਦੀ ਹਾਂ। ਗੁਪਤ ਤਰੀਕੇ ਨਾਲ ਮੈਂ ਇਸ ਗੱਲ ਦੀ ਜਾਣਕਾਰੀ ਰੱਖਾਂਗੀ ਕਿ ਤੁਸੀਂ ਆਪਣੇ ਮਨੋਰਥ ਵਿੱਚ ਕਿੱਥੋਂ ਤੱਕ ਸਫਲ ਹੋਏ ਹੋ। ਜੇ ਆਪਣੇ ਕਰਮਾਂ ਦੇ ਪ੍ਰਾਸ਼ਚਿਤ ਦੇ ਤੌਰ 'ਤੇ ਤੁਹਾਨੂੰ ਜੇਲ੍ਹਵਾਸ ਕਰਨਾ ਪਿਆ ਤਾਂ ਭਾਵੇਂ ਕਿੰਨਾ ਚਿਰ ਤੁਸੀਂ ਅੰਦਰ ਰਹੋ, ਬਰਾਬਰ ਤੁਹਾਡੀ ਆਰਾਧਨਾ ਜਾਰੀ ਰੱਖਾਂਗੀ। ਮੇਰਾ ਯਕੀਨ ਹੈ ਕਿ ਮੈਂ ਤੁਹਾਨੂੰ ਸ਼ੁੱਧ ਸੋਨਾ ਹੀ ਨਹੀਂ, ਸਗੋਂ ਕੁੰਦਨ ਬਣਿਆ ਵੇਖਾਂਗੀ, ਅਤੇ ਇਸ ਤੋਂ ਬਾਅਦ ਤੁਸੀਂ ਮੇਰੇ ਪ੍ਰਾਣ ਆਧਾਰ, ਮੇਰੇ ਸਿਰ ਦੇ ਸਾਈਂ ਹੋਵੋਗੇ। ਇੰਨਾ ਹੋਰ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ ਕਾਫੀ ਮੇਰੀ ਦਿਲ ਸ਼ਿਕਨੀ ਕੀਤੀ ਹੈ। ਤੁਸੀਂ ਮੇਰੇ ਨਾਰੀਪਣੇ ਦਾ ਨਿਰਾਦਰ ਹੀ ਨਹੀਂ ਕੀਤਾ, ਮੇਰੀਆਂ ਖ਼ਾਬਾਂ ਦੀ ਤਾਬੀਰ ਨੂੰ ਵੀ ਤੁਸੀਂ ਪਿੱਛੇ ਪਾ ਦਿੱਤਾ, ਜਿਸ ਕਰਕੇ ਮੈਨੂੰ ਭਾਰੀ ਨਿਰਾਸ਼ਤਾ ਹੋਈ ਹੈ, ਅਤੇ ਇਸ ਨਿਰਾਸ਼ਾ ਨੂੰ ਆਸ਼ਾ ਦਾ ਰੂਪ ਦੇਣਾ ਹੁਣ ਕੇਵਲ ਤੁਹਾਡੇ ਹੀ ਵੱਸ 'ਚ ਹੈ। ਜਾਣ ਤੋਂ ਪਹਿਲਾਂ ਇੱਕ ਵਾਰੀ ਤੁਹਾਨੂੰ ਮਿਲ ਲੈਂਦੀ ਤਾਂ ਚੰਗਾ ਸੀ, ਪਰ ਮੈਨੂੰ ਖਤਰਾ ਸੀ ਕਿ ਤੁਸੀਂ ਮੇਰੇ ਰਸਤੇ 'ਚ ਰੁਕਾਵਟ ਨਾ ਪਾ ਦਿਓ। ਰਹਿ ਮੈਂ ਕਿਸੇ ਵੀ ਹਾਲਤ 'ਚ ਸਕਦੀ ਨਹੀਂ, ਕਿਉਂਕਿ ਮੇਰੇ ਰਹਿੰਦਿਆਂ ਤੁਹਾਡੀ ਤਪੱਸਿਆ ਸਿਰੇ ਨਹੀਂ ਸੀ ਚੜ੍ਹ ਸਕਦੀ, ਨਾ ਹੀ ਬਿਨਾਂ ਇੱਕ ਲੰਮੀ ਤਪੱਸਿਆ ਤੋਂ ਤੁਹਾਡੇ ਮਨ ਦੀ ਘੜੀ 'ਚ ਮਾਸਾ ਵਾਲੀ ਉੱਚਾਵੀ ਫਿਤਰਤ ਬਦਲ ਨਹੀਂ ਸਕਦੀ। ਇਹਦਾ ਮੈਨੂੰ ਯਕੀਨ ਹੋ ਗਿਆ। ਮੈਨੂੰ ਪੂਰੀ ਉਮੀਦ ਹੈ ਮੇਰੇ ਉਠਾਏ ਹੋਏ ਇਸ ਕਦਮ ਨਾਲ ਤੁਸੀਂ ਪੂਰੀ ਤਰ੍ਹਾਂ ਸਹਿਮਤ ਹੋਵੋਗੇ। ਮੈਂ ਡਾਕਟਰ ਜੀ ਭਾਵੇਂ ਕਿਤੇ ਵੀ ਰਹਾਂ, ਤੁਹਾਡੀ ਯਾਦ ਭਰੀ ਚਿੰਤਾ ਭਰੀ ਯਾਦ ਮੇਰੇ ਨਾਲ ਰਹੇਗੀ। ਤੁਸੀਂ ਖਿਆਲ ਕਰਦੇ ਹੋਵੋਗੇ ਕਿ ਇੱਕ ਤਾਨੇ ਨੂੰ ਉਂਗਲ ਲਾਈ, ਦੂਜਾ ਪੇਟ 'ਚ ਇੱਕ ਜੀਵ ਨੂੰ ਸੰਭਾਲੀ ਮੈਂ ਕਿੱਥੇ ਤੇ ਕਿਵੇਂ ਏਡਾ ਲੰਮਾ ਸਮਾਂ ਗੁਜ਼ਾਰਾਂਗੀ। ਪਰ ਇਸ ਦੀ ਚਿੰਤਾ ਨਾ ਕਰਨੀ, ਤਕਲੀਫ ਸਹਿਣ ਦੀ ਮੈਨੂੰ ਆਦਤ ਹੈ। ਮੇਰਾ ਇਹ ਵੀ ਭਰੋਸਾ ਹੈ ਕਿ ਮੈਂ ਹਰ ਥਾਂ ਜਾ ਕੇ ਆਪਣੇ ਲਈ ਥਾਂ ਬਣਾ ਸਕਦੀ ਹਾਂ। ਅੰਤਿਮ ਪ੍ਰਾਰਥਨਾ ਇਹੋ ਹੈ, ਮੈਨੂੰ ਢੂੰਡਣ ਦੀ ਕੋਸ਼ਿਸ਼ ਨਾ ਕਰਨੀ, ਕਿਉਂਕਿ ਜੇ ਤੁਸੀਂ ਮੈਨੂੰ ਢੂੰਡ ਵੀ ਲਿਆ ਤਾਂ ਵੀ ਦਿਲੀ ਤੌਰ 'ਤੇ ਮੈਂ ਤੁਹਾਥੋਂ ਗੁਆਚੀ ਰਹਾਂਗੀ। ਜਦੋਂ ਮੈਂ ਵੇਖਾਂਗੀ ਤੁਹਾਡੇ ਜੀਵਨ 'ਚ ਮੇਰੀ ਸਮਾਈ ਹੋ ਸਕਦੀ ਹੈ, ਤਾਂ ਮੈਂ ਆਪੇ ਤੁਹਾਨੂੰ ਜਿੱਥੇ ਵੀ ਹੋਵੋਗੇ ਢੂੰਡ ਲਵਾਂਗੀ। ਪੁੰਨਿਆ। ਧੰਨਵਾਦ। ਸਮਾਪਤ।